ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਵੈਰੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। हाँ जी अर्श, थैंक यू सो मच। सत श्री अकाल सारे ਸਰੋਤਿਆਂ ਦਰਸ਼ਕਾਂ ਨੂੰ ਵੀ ਜੀ। ਮੌਸਮ ਬਹੁਤ ਖੂਬਸੂਰਤ ਹੈ ਜੀ ਐਂਡ ਜਿੱਥੇ ਦਿਨ ਬਾਏ ਦਿਨ ਅਸੀਂ ਨਵੇਂ ਸਾਲ ਦੇ ਤਰਫ ਵੱਧ ਰਹੇ ਹਾਂ ਜੀ। ਸੋ ਟੁਡੇ ਇਜ਼ 195th ਡੇ ਐਂਡ ਜਿੱਥੇ GTA ਦੇ ਵਿੱਚ ਓਵਰ 15 ਘੰਟੇ ਤੁਹਾਨੂੰ ਮਿਲਣਗੇ ਜੀ ਟੂ ਇੰਜੋਏ ਦ ਡੇ ਐਂਡ ਵੈਦਰ ਬਹੁਤ ਖੂਬਸੂਰਤ ਹੋਵੇਗਾ ਜੀ। ਉਹ ਯੈਸ ਅਰਸ਼, ਇਹ ਹੁਣ ਡੇ ਇੰਜੋਏ ਉਹ ਕਰਨਗੇ ਜਾਂ ਉਹ ਕਰਨਗੀਆਂ ਜਿਨ੍ਹਾਂ ਨੂੰ ਭੱਲ ਪਚ ਰਹੀ ਆ ਕੈਨੇਡਾ ਦੀ। ਉਹਦੇ ਚ ਬੇਨਤੀ ਇਹੀ ਆ ਵੀ ਦੇਖੋ, ਆਪਾਂ ਕਹਿ ਰਹੇ ਸੀ ਵੀ ਸਾਲ ਸ਼ੁਰੂ ਹੋ ਗਿਆ ਤੇ ਫਿਰ ਆਪਾਂ ਜਾਣੀ ਜੇ ਚਲੋ ਭਾਰ ਵੀ ਘਟਾ ਲਈਏ, ਪਰ ਸਰੀਰ ਦਾ ਥੋੜਾ ਬਹੁਤਾ ਭਾਰ ਵੱਧ ਘੱਟ ਹੋਇਆ ਕੋਈ ਬਹੁਤਾ ਫਰਕ ਨਹੀਂ ਪੈਂਦਾ। ਪਰ ਜੇ ਸਿਰ ਨਹੀਂ ਨਾ ਠੀਕ ਅੰਦਰੋਂ ਤੇ ਫਿਰ ਮਾਮਲਾ ਗੜਬੜ ਰਹਿੰਦਾ, ਸਾਰੀ ਦੁਨੀਆ 'ਚ ਘੁੰਮੀ ਜਾਈਏ ਭਾਵੇਂ ਜੀ। ਸੋ ਇਸੇ ਕਰਕੇ ਜੀ ਵੀ ਹੁਣ 117 ਹੋ ਚੁੱਕੀ ਆ ਉਹ ਗਿਣਤੀ, ਜਿਹੜੀ ਕਿ ਪੰਜਾਬੀ ਤੇ ਪੰਜਾਬਣਾਂ ਦੀ ਆ। ਟੋਰਾਂਟੋ ਇਲਾਕੇ ਦੇ ਵਿੱਚ ਹੀ ਵੱਖ-ਵੱਖ ਕ੍ਰਿਮੀਨਲ ਕੇਸਿਸ ਦੇ ਵਿੱਚ ਅਰੈਸਟ ਹੋਣ ਵਾਲੇ ਤੇ ਵਾਲੀਆਂ ਦੀ 117 195 ਦਿਨਾਂ ਦੇ ਵਿੱਚ। ਬਾਕੀ ਕੈਨੇਡਾ ਦੇ ਸ਼ਹਿਰ ਇਲਾਕਿਆਂ ਦੀ ਨੰਬਰ ਇਹਦੇ ਵਿੱਚ ਨਹੀਂ ਹੈਗੇ, ਹਨਾ। ਸੋ ਤਦ ਕਰਕੇ ਅਜੇ ਵੀ ਇਹ ਜੇ ਭੱਲ ਪਚਦੀ ਹੋਵੇ ਤੇ ਫਿਰ ਤੁਸੀਂ ਬਖੂਬੀ ਗੱਲ ਕਹੀ ਆ ਵੀ ਮੌਸਮ ਤੇ ਸੁਹਾਵਣਾ ਹੈ ਹੀ ਹੈ ਤੇ ਸ਼ਨੀਚਰਵਾਰ ਤੱਕ ਇਹਨੇ ਰਹਿਣਾ ਜਾਰੀ। ਪਰ ਜਿਹੜੀ ਗੱਲ ਆ ਵੀ ਆਪਾਂ ਦੇਖੋ ਇਸ ਮਹੀਨੇ ਦੇ ਸ਼ੁਰੂ ਵਿੱਚ ਕਰ ਰਹੇ ਸੀ ਵੀ ਜਿਹੜੀ ਦਿਨ ਦੀ ਲੰਬਾਈ ਆ ਅਰਸ਼ ਵੀ ਉਹ 15.5 ਘੰਟੇ ਸੀਗੀ, ਪਰ ਹੁਣ 31 ਜੁਲਾਈ ਨੂੰ ਜਾਣੀ ਕਿ 14.5 ਹੀ ਰਹਿ ਜਾਣੀ ਆ ਲਗਭਗ, ਹਨ। ਤੇ ਹੁਣ ਦੇਖਿਓ ਤੁਸੀਂ ਡੇਲੀ ਬੇਸਿਸ ਤੇ ਜਾਣੀ ਵੀ ਜਿੱਥੇ ਆ 5:45 ਵਜੇ ਤਾਂ ਸਵੇਰ ਨੂੰ ਸੂਰਜ ਨਿਕਲਦਾ ਹੀ ਆ, ਹਨਾ। ਤੇ ਫਿਰ ਉਸ ਲਿਹਾਜ਼ ਨਾਲ ਪਰ ਜਿਹੜਾ ਸੂਰਜ ਆ ਵੀ ਰਾਤ ਨੂੰ 9 ਵਜੇ ਦੇ ਕਰੀਬ ਜਿਹੜਾ ਜੀ ਵੀ ਉਹ ਛਿਪਦਾ। ਪਰ ਇਹ ਤੁਸੀਂ ਦੇਖਿਓ ਵੀ ਅਗਲੇ 15 ਦਿਨਾਂ ਦੇ ਵਿੱਚ ਹੀ, ਹਨਾ, 20 ਮਿੰਟ ਇਹਨੇ ਪਹਿਲੋਂ ਛਿਪਣ ਲੱਗ ਪੈਣਾ, ਹਨਾ, ਤੇ 10 ਮਿੰਟ ਇਹਨੇ ਲੇਟ ਨਿਕਲਣਾ ਸ਼ੁਰੂ ਹੋਣਾ। ਸੋ ਕਹਿ ਲਓ ਵੀ ਅੱਧੇ ਘੰਟੇ ਦਾ ਫਰਕ ਪੈ ਜਾਣਾ। ਦਿਨ ਅੱਜ ਦੀ ਲੰਬਾਈ ਆ 15 ਘੰਟੇ ਲਗਭਗ, ਇਹਨੇ ਜਾਣੀ ਕਿ 14.5 ਘੰਟੇ ਰਹਿ ਜਾਣਾ। ਸੋ ਉਸ ਲਿਹਾਜ਼ ਨਾਲ ਜਿਹੜਾ ਜੀ ਵੀ ਜੇ ਹੁਣ 15 ਘੰਟੇ ਦੇ ਦਿਨ ਦਾ ਆਨੰਦ ਆਪਾਂ ਮੰਨ ਰਹੇ ਹਾਂ ਤੇ 22-23 ਦਸੰਬਰ ਤੱਕ ਪਹੁੰਚਦਿਆਂ ਤੁਸੀਂ ਦੇਖ ਲਿਓ ਵੀ ਇਹ ਇੰਨੀ ਲੰਬੀ ਰਾਤ ਹੋ ਜਾਣੀ ਆ ਤੇ ਜਿੰਨੀ ਅੱਜ ਕੱਲ੍ਹ ਰਾਤ ਆ ਓਨਾ ਛੋਟਾ ਦਿਨ ਹੋ ਜਾਣਾ। ਬਿਲਕੁਲ ਜੀ। ਕਹਿੰਦੇ ਨੇ ਕਿ ਰਾਤਾਂ ਲੰਬੀਆਂ ਹੋ ਜਾਣਗੀਆਂ, ਦਿਨ ਛੋਟੇ ਹੋ ਜਾਣਗੇ। ਇਸ ਵੇਲੇ ਦਿਨ ਵੱਡੇ ਆ ਤੇ ਰਾਤਾਂ ਛੋਟੀਆਂ ਆ। ਸੋ ਇੰਜੋਏ ਦ ਬੈਸਟ ਜਿੰਨੇ ਵੀ ਦਿਨ ਹੈਗੇ ਆ ਇਸ ਖੂਬਸੂਰਤ ਮੌਸਮ ਨੂੰ। 9058131320 ਆਓ ਫਿਰ ਜੌਲ ਸਾਹਿਬ, ਕੱਲ੍ਹ ਦੀ ਜਿਹੜੀ ਬ੍ਰੇਕਿੰਗ ਨਿਊਜ਼ ਆਈ ਹੈ ਜੀ ਇੰਟਰਸਟ ਰੇਟ ਨੂੰ ਲੈ ਕੇ ਐਂਡ ਕਾਫੀ ਵੱਡੀ ਤਾਦਾਦ ਦੇ ਵਿੱਚ ਕੈਨੇਡੀਅਨ ਫੈਮਲੀਜ਼ ਦੇ ਵਿੱਚ ਗੱਲਾਂ ਬਾਤਾਂ ਡਿਨਰ ਟੇਬਲ 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਕਿ ਹਾਊ ਟੂ ਹੈਂਡਲ ਦਿਸ ਸਿਚੁਏਸ਼ਨ। ਬਿਜ਼ਨਸ ਅਦਾਰੇ ਦੇ ਉੱਤੇ ਕਾਫੀ ਇੰਪੈਕਟ ਪੈ ਰਿਹਾ, ਕੰਜ਼ਿਊਮਰਸ ਦੇ ਵਿੱਚ ਕਾਫੀ ਇੰਪੈਕਟ ਪੈ ਰਿਹਾ ਬਿਕਾਜ਼ ਜਦੋਂ ਇੰਟਰਸਟ ਰੇਟਸ ਹਾਈ ਹੋ ਰਹੇ ਨੇ ਉਦੋਂ ਐਕਸਪੈਂਸ ਵੀ ਵੱਧ ਜਾਂਦੇ ਨੇ ਜੀ। ਸੋ ਕਿੱਦਾਂ ਇਨਵੈਸਟਮੈਂਟਸ ਨੂੰ, ਸਪੈਂਡਿੰਗਸ ਨੂੰ ਅਵੋਇਡ ਕਰਨਾ ਜੀ, ਕਿੱਦਾਂ ਹਾਇਰ ਬੋਰੋਇੰਗ ਕਾਸਟ ਨੂੰ ਅਵੋਇਡ ਕਰਨਾ ਆ, ਇਹ ਕਾਫੀ ਚਰਚਾ ਪਰਿਵਾਰਾਂ ਦੇ ਵਿੱਚ ਇਸ ਵੇਲੇ ਚੱਲ ਰਿਹਾ ਜੀ। ਬਿਲਕੁਲ ਜੀ, ਹਰ ਚਿਹਰਾ ਥੋੜਾ ਉਤਰਿਆ ਮਹਿਸੂਸ ਹੈ ਕਿਉਂਕਿ ਵੀ ਦੇਖੋ ਜਿਹੜਾ ਇਹ ਹਰ ਤਰ੍ਹਾਂ ਦਾ ਘਰ ਹੈ, ਬਿਜ਼ਨਸ ਹੈ, ਕਈ ਤਰ੍ਹਾਂ ਦੀਆਂ ਮੌਰਗੇਜਸ ਹੁੰਦੀਆਂ, ਕੋਈ ਵੇਰੀਏਬਲ ਆ, ਕੋਈ ਫਿਕਸ ਹੈ ਜੀ। ਸੋ ਇਹ ਵੱਧ ਰਹੇ ਇੰਟਰਸਟ ਰੇਟ ਦਾ ਚਲੋ ਫਿਕਸ ਮੌਰਗੇਜ ਤੇ ਤੁਰੰਤ ਕੋਈ ਅਸਰ ਨਹੀਂ ਵੀ, ਜਾਂ ਤਾਂ ਵੇਰੀਏਬਲ ਤੇ ਪੈਂਦਾ ਜੀ। ਹੁਣ ਅੱਜ ਜਾਣੀ ਕਿ ਕੱਲ੍ਹ ਦੀ ਅਨਾਊਂਸਮੈਂਟ ਤੋਂ ਬਾਅਦ ਬੈਂਕ ਆਫ ਕੈਨੇਡਾ ਦੀ ਸਾਰੀਆਂ ਜਿਹੜੀਆਂ ਸਾਡੀਆਂ ਵੱਡੀਆਂ ਬੈਂਕਸ ਹੈਗੀਆਂ, ਰਾਇਲ ਬੈਂਕ ਲੈ ਲਓ, TD ਬੈਂਕ ਲੈ ਲਓ, ਬੈਂਕ ਆਫ ਮੌਂਟਰੀਅਲ ਲੈ ਲਓ, ਸਕੋਸ਼ੀਆ ਬੈਂਕ ਹੈ, CIBC ਆ, ਇਹ ਮੇਨ ਸਾਡੀਆਂ ਵੱਡੀਆਂ ਜਿਹੜੀਆਂ ਜੀ ਵੀ 5 ਬੈਂਕਾਂ ਮੰਨੀਆਂ ਜਾਂਦੀਆਂ ਜੀ। ਇਹਨਾਂ ਨੇ ਜਾਣੀ ਸਾਰਿਆਂ ਨੇ ਅੱਜ ਪੂਰਾ 1% ਜਿਹੜਾ ਜੀ ਵੀ ਆਪਣਾ ਉਹ ਇੰਟਰਸਟ ਰੇਟ ਉਹ ਵਧਾਉਣ ਦਾ ਐਲਾਨ ਕਰ ਦਿੱਤਾ ਜੀ। ਸੋ ਜਿੱਥੇ ਇਹ ਜਾਣੀ 3.7 ਸੀਗਾ, ਹੁਣ ਇਹ ਵੱਧ ਕੇ 4.7 ਹੋ ਜਾਊਗਾ। ਕਹਿ ਲਓ ਵੀ 4.25 ਤੋਂ ਇਹ 5.25 ਹੋ ਜਾਊਗਾ। ਪਰ ਹੁਣ ਜਿਨ੍ਹਾਂ ਦੀ ਲਾਈਨ ਆਫ ਕ੍ਰੈਡਿਟ ਆ ਅਰਸ਼, ਵੀ ਜੇ ਉਹ 3.7 ਸੀ, ਕਹਿ ਲਓ ਵੀ ਲਗਭਗ 4.25 ਸੀ, ਤੇ ਉਹਦੇ ਵਿੱਚ ਮਤਲਬ ਪ੍ਰਾਈਮ ਪਲੱਸ 1% ਹੁੰਦਾ ਲਾਈਨ ਆਫ ਕ੍ਰੈਡਿਟ ਤੇ ਇੰਟਰਸਟ ਰੇਟ ਜਿਹੜਾ, ਹਨਾ, ਜਾਣੀ ਆਲਰੇਡੀ 5.25 ਸੀਗਾ। ਤੇ ਜੇ ਹੁਣ ਮਤਲਬ ਪ੍ਰਾਈਮ ਰੇਟ ਹੀ 5.25 ਆ ਤੇ ਫਿਰ ਉਹ ਲਾਈਨ ਆਫ ਕ੍ਰੈਡਿਟ ਤੇ 6.5 ਹੋ ਜਾਏਗਾ। ਹੁਣ ਇਹ ਉਹ ਰੇਂਜ ਦੇ ਵਿੱਚ ਆਪਾਂ ਐਂਟਰ ਹੋ ਚੁੱਕੇ ਹਾਂ ਜਿਹੜੀ ਕਿ 2020 ਜਦੋਂ ਪੈਂਡੇਮਿਕ ਸਟਰਕ ਕੀਤਾ ਸੀਗਾ ਇੰਨੀ ਨਹੀਂ ਸੀ ਹਾਈ। ਸੋ ਇਹ ਸਿਚੁਏਸ਼ਨ ਦੇ ਲਿਹਾਜ਼ ਨਾਲ ਅਜੇ ਬੈਂਕਸ ਨੇ ਕਹਿ ਰਹੇ ਜੀ ਵੀ ਹੋਰ ਜਿਹੜਾ ਇੰਟਰਸਟ ਰੇਟ ਆ ਇਹ ਵਧਾਉਣਾ ਆ ਜੀ। ਸੋ ਇਸ ਵੇਲੇ ਜਿਹੜਾ ਸਿਨੈਰੀਓ ਆ ਜਾਣੀ ਕਿ ਜੇ ਕਿਸੇ ਨੇ ਮੌਰਗੇਜ ਫਰਜ਼ ਕੀਤਾ ਵੀ 7 ਲੱਖ ਦੀ ਵੀ ਲਈ ਹੋਈ ਆ ਜੀ, ਹਨਾ, ਤੇ ਉਹਨਾਂ ਨੇ 25 ਸਾਲ ਇਹ ਆਪਟ ਕੀਤਾ ਵੀ ਅਸੀਂ ਪੀਰੀਅਡ ਜਿਹੜਾ ਅਮੋਰਟਾਈਜ਼ੇਸ਼ਨ ਦਾ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਵੀ 10% ਡਾਊਨ ਦੇ ਕੇ ਤੇ ਫਿਰ ਉਸ ਲਿਹਾਜ਼ ਨਾਲ ਵੀ ਜੇ ਹੁਣ ਤੱਕ ਉਹਨਾਂ ਨੂੰ
ਫਰਜ਼ ਕੀਤਾ ਵੀ ਵੇਰੀਏਬਲ ਰੇਟ 2.5% ਵੀ ਮਿਲਿਆ ਹੋਵੇ, 3000 ਦੇ ਲਗਭਗ ਉਹਨਾਂ ਦੀ ਮੌਰਗੇਜ ਮੰਥਲੀ ਆ। ਮੈਨੂੰ ਜੌਲ ਸਾਹਿਬ ਇਹ ਲੱਗਦਾ ਕਿ ਚਲੋ ਉਹਨਾਂ ਨੇ ਇੰਟਰਸਟ ਰੇਟ ਵਧਾਤਾ, ਦੈਟਸ ਚਲੋ ਉਹਨਾਂ ਦੀ ਕੀ ਰੀਜ਼ਨ ਹੋਵੇਗੀ ਜੀ, ਟੂ ਸਟੇਬਲਾਈਜ਼ ਦ ਇਕਨੋਮੀ, ਟੂ ਸਟੇਬਲਾਈਜ਼ ਦ ਮਾਰਕੀਟ, ਚਲੋ ਠੀਕ ਹੈ ਮੰਨਦੇ ਹਾਂ, ਪਰ ਤੁਹਾਨੂੰ ਹੁਣ ਜਿਹੜੀ ਡਾਊਨ ਪੇਮੈਂਟ ਹੈ ਉਹ ਵੀ ਘਟਾਉਣੀ ਪਊਗੀ। ਆਪਾਂ 20 ਕਈਆਂ ਨੂੰ ਹੁਣ 20% ਚੁੱਭਦੀ ਪਈ ਹੈ ਇਸ ਵੇਲੇ ਕਿ 20% ਕਿੱਦਾਂ ਕਰਾਂਗੇ। ਐਟਲੀਸਟ 5 ਤੋਂ 10% ਦੇ ਵਿੱਚ ਇੱਕ ਨਵੇਂ ਹਾਊਸ ਹੋਲਡ ਨੂੰ, ਨਿਊ ਕਮਰਸ ਨੂੰ, ਜਾਂ ਈਵਨ ਜਿਹੜੇ ਰੈਗੂਲਰ ਬਾਇਰਸ ਨੇ ਉਹਨਾਂ ਨੂੰ ਥੋੜੀ ਜਿਹੀ ਰਾਹਤ ਇਸ ਸਾਈਡ ਤੋਂ ਦੇਣੀ ਚਾਹੀਦੀ ਹੈ। ਅਰਸ਼ ਕਹਿੰਦੇ ਨਾ ਵੀ ਜਦੋਂ ਗਹਿ ਗੱਚ ਜੰਗ ਜਿਹੀ ਜਾਂ ਕੋਈ ਝਗੜਾ ਚੱਲ ਰਿਹਾ ਹੋਵੇ ਹਨਾ, ਉਹਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਵੀ ਉਹਦੇ ਵਿੱਚ ਕਈ ਲੋਕ ਜਿਹੜੇ ਵੀ ਲੜਾਈ ਛਡਾਉਣ ਵਾਲੀ ਫੱਟੜ ਹੋ ਜਾਂਦੇ, ਆਮ ਪਤਾ ਲੱਗਦਾ, ਮਾਰੇ ਵੀ ਜਾਂਦੇ ਹਨਾ। ਸੋ ਇਹ ਵਿੱਚ ਆ ਵੀ ਇਸ ਵੇਲੇ ਇਹ ਇਕੋਨੋਮੀ ਨੂੰ ਸਟੇਬਲਾਈਜ਼ ਕਰਨ ਦੇ ਲਈ ਇਹ ਬੈਂਕਾਂ ਦੀ ਜਿਹੜੀ ਕਿ ਵੀ ਇਹ ਅਟੈਕ ਟੂ ਅਟੈਕ ਜੰਗ ਵਾਲੀ ਸਥਿਤੀ ਆ ਹਨਾ, ਵੀ ਅਸੀਂ ਇਨਫਲੇਸ਼ਨ ਨੂੰ ਟਾਰਗੇਟ ਕਰ ਰਹੇ ਹਾਂ ਜੀ। ਰਾਈਟ। ਸੋ ਉਹਦੇ ਵਿੱਚ ਜਾਣੀ ਕਿ ਵੀ ਉਹ ਇਨਵੈਸਟਰਸ ਖਾਸ ਤੌਰ ਤੇ ਵੀ ਜਿਹੜੇ ਹਜੇ ਨਹੀਂ ਬਹੁਤਾ ਹਨਾ ਵੀ ਸੋਲਿਡ ਹੈਗੀ ਉਹਨਾਂ ਦੀ ਸਿਚੁਏਸ਼ਨ ਇਕੋਨੋਮੀ, ਆਪਣੇ ਬੈਂਕਾਂ ਦੇ ਵਿੱਚ ਕਹਿ ਲਓ ਵੀ ਆਪਣਾ ਕ੍ਰੈਡਿਟ ਲੈਣ ਦੀ ਜਾਂ ਡੈਟ ਹੋਰ ਚੱਕਣ ਦੀ ਸਿਚੁਏਸ਼ਨ ਦੇ ਵਿੱਚ ਉਹਨਾਂ ਨੂੰ ਲੱਗਦਾ ਵੀ ਡਾਵਾਂਡੋਲ ਹੈ, ਤੇ ਫਿਰ ਉਹਨਾਂ ਨੂੰ ਖੜੇ ਰਹਿਣਾ ਚਾਹੀਦਾ ਜਿੱਥੇ ਉਹ ਖੜੇ ਆ। ਜੌਲ ਸਾਹਿਬ ਫਿਰ ਸਰਕਾਰ ਨੂੰ ਇਹ ਵੀ ਕਹਿਣਾ ਚਾਹੀਦਾ ਨੇ ਕਿ ਹੁਣ ਆਪਾਂ ਕੋਈ ਬੰਦਾ ਨਹੀਂ ਐਂਟਰ ਕਰਨ ਦੇ ਰਹੇ, ਰਹਿਣ ਦੋ, ਛੱਡੋ ਪਰਾਂ, ਵਾਈ ਆਪਾਂ ਇੰਡੀਆ ਤੋਂ ਜਾਂ ਵੱਖ-ਵੱਖ ਦੇਸ਼ਾਂ ਤੋਂ ਇਮੀਗ੍ਰੈਂਟਸ ਲੈ ਕੇ ਆ ਰਹੇ, ਉਹਨਾਂ ਨੂੰ ਵੀ ਤਾਂ ਘਰ ਚਾਹੀਦਾ ਹੈ ਨਾ, ਉਹ ਕਿੱਦਾਂ ਅਫੋਰਡ ਕਰਨਗੇ ਨੇ ਹਾਈ ਇੰਟਰਸਟ ਰੇਟ ਤੇ। ਪਹਿਲਾਂ ਤਾਂ ਕਹਿੰਦੇ ਆ ਕਿ ਸਾਨੂੰ 3 ਕਿੰਨੇ ਮਿਲੀਅਨ ਚਾਹੀਦੇ ਆ ਇਮੀਗ੍ਰੈਂਟਸ ਬਾਈ 2030, ਉਧਰ ਫੋਰਡ ਸਾਹਿਬ ਕਹਿ ਰਹੇ ਮੈਨੂੰ ontario ਦੇ ਵਿੱਚ 3 ਲੱਖ ਤੋਂ ਉੱਤੇ ਬੰਦੇ ਚਾਹੀਦੇ ਆ। ਜੇ ਇਹੀ ਬੰਦੇ ਚਾਹੀਦੇ ਤੁਸੀਂ ਇੰਨਾ ਹਾਈ ਇੰਟਰਸਟ ਰੇਟ ਕਿਉਂ ਕਰ ਰਹੇ ਹੋ? ਯੈਸ, ਦੇਖੋ ਇਹ ਸਿਚੁਏਸ਼ਨ ਜਿਹੜੀ ਆ ਨਾ ਵੀ ਇਹ 2020 ਤੋਂ ਪਹਿਲਾਂ ਵਾਲੀ ਹਲੇ ਤੱਕ ਤੇ ਸੋਚਦੇ ਸੀਗੇ ਵੀ ਅਸੀਂ ਉੱਥੇ ਲੈ ਆਉਣੀ ਆ, ਰਾਈਟ। ਪਰ ਇਕੋਨੋਮੀ ਹੁਣ ਸਮਝਿਆ ਜਾਂਦਾ ਵੀ ਜਿੱਦਾਂ ਪੈਂਡੈਮਿਕ ਦੇ ਵਿੱਚ ਇਹਨਾਂ ਨੇ ਸਮਝਿਆ ਸੀਗਾ ਵੀ ਰਿਕਵਰੀ ਨੂੰ ਜਿਹੜਾ ਲੌਂਗਰ ਪੀਰੀਅਡ ਆਫ ਟਾਈਮ ਲੱਗਣਾ, ਉਹਦੇ ਮੁਕਾਬਲੇ ਇਕੋਨੋਮੀ ਜਦੋਂ ਖੋਲੀ ਗਈ ਆ ਤੇ ਉਹ ਰੋਰਿੰਗ ਬੈਕ ਆਈ ਹਨਾ, ਬੜੀ ਤੇਜ਼ੀ ਦੇ ਨਾਲ ਸਟੇਬਲਾਈਜ਼ ਹੋਈ। ਆਪਾਂ ਦੇਖਿਆ ਵੀ ਆਪਣਾ ਜੌਬ ਅਨਇੰਪਲੋਇਮੈਂਟ ਰੇਟ ਆ ਜਿਹੜਾ ਜੀ ਵੀ ਉਹ ਹਿਸਟੋਰੀਕਲੀ ਲੋ ਆ, ਉਸ ਲਿਹਾਜ਼ ਨਾਲ ਕਹਿ ਰਹੇ ਜੀ ਵੀ ਅਸੀਂ ਵੇਜਸ ਵੀ ਵਧਾਈਆਂ, ਪਰ ਵੇਜਸ ਵਧਾਉਣ ਦੇ ਨਾਲ ਜਿਹੜਾ ਕੰਜ਼ਿਊਮਰ ਜਾਨੀ ਪ੍ਰਾਈਸਿਸ ਦੇ ਵਿੱਚ ਸਟੋਰਾਂ ਤੇ ਗੈਸ ਪੰਪਸ ਤੇ ਲੋਕਾਂ ਦਾ ਨਿਕਲ ਰਿਹਾ, ਉਹ ਸਾਰਾ ਕੁਝ ਜਾਨੀ ਕਿ ਵੀ ਆਪਣੇ ਸਾਹਮਣੇ ਹੀ ਆ। ਬਿਲਕੁਲ ਜੀ, ਐਕਸਪੈਂਸ ਵਧ ਰਿਹਾ ਜੀ। ਸੋ ਜਿਉਂ ਮਤਲਬ ਵਰਕਫੋਰਸ ਹੋਰ ਆ ਰਹੀ ਆ, ਇਮੀਗ੍ਰੈਂਟਸ ਆ ਰਹੇ ਨੇ, ਉਹਦੇ ਨਾਲ ਹਰ ਚੀਜ਼ ਦੀ ਨੈਚੁਰਲੀ ਡਿਮਾਂਡ ਵੀ ਵਧ ਰਹੀ ਆ ਨਾ। ਤੁਸੀਂ ਜੌਲ ਸਾਹਿਬ ਪਹਿਲਾਂ ਬਿਲਕੁਲ ਸਹੀ ਗੱਲ ਕਹੀ ਸੀ ਮੈਨੂੰ ਕਿ ਅਰਸ਼ ਇਹਨਾਂ ਨੇ $2,000 ਲਿੱਤੇ ਆ, ਦਿੱਤੇ ਆ ਸਾਰਿਆਂ ਨੂੰ, ਇਹ ਕਿਤੇ ਨਾ ਕਿਤੇ ਕੱਢਣਗੇ। ਹੁਣ ਅਸਾਈਨਮੈਂਟਾਂ ਦੇ ਉੱਤੇ ਵੀ ਇਹਨਾਂ ਨੇ ਕੈਪੀਟਲ ਗੇਨ ਪਾਤਾ ਕਿ ਜਿਹੜੇ ਵੀ ਬੰਦੇ ਅਸਾਈਨਮੈਂਟ ਕਰਨਗੇ ਪ੍ਰਾਪਰਟੀਆਂ ਨੂੰ ਉਹਨਾਂ ਨੂੰ ਵੀ ਕੈਪੀਟਲ ਗੇਨ ਆਪਾਂ ਦੇਵਾਂਗੇ, ਬਿਕਾਜ਼ ਉਹਨਾਂ ਨੂੰ ਸਰਕਾਰ ਨੂੰ ਪੈਸਾ ਚਾਹੀਦਾ ਆ ਇਸ ਵੇਲੇ। ਯੈਸ, ਕਿਉਂਕਿ ਦੇਖੋ ਵੀ ਸਦਾ ਨਾ ਵੀ ਕੋਈ ਆਪਣੀ ਜੇਬ ਦੇ ਵਿੱਚੋਂ ਦਿੰਦੇ ਨਹੀਂ ਰਹਿ ਸਕਦੇ ਹਨਾ, ਜਿਹੜੇ ਦਿੰਦੇ ਨੇ ਉਹਨਾਂ ਨੇ ਵਾਪਸ ਵੀ ਲੈਣੇ ਹੁੰਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਪਰ ਹੁਣ ਕਈ ਗੁਣਾ ਕਰਕੇ ਲਏ ਜਾ ਰਹੇ ਏਦਾਂ ਲੱਗਦਾ ਜੀ। ਸੋ ਇਹ ਅੱਜ ਵੀ ਕੁੱਲ ਮਿਲਾ ਕੇ ਜਾਣੀ ਨਾ 68% ਤੱਕ ਕੱਲ ਜਿਹੜਾ ਜਾਣੀ ਆਇਆ ਸੀਗਾ ਨਾ ਸੈਂਸਸ ਦਾ ਅੰਕੜਾ ਜੀ, ਵੀ ਜਿਹਨਾਂ ਲੋਕਾਂ ਨੇ CRB ਜਾਂ CERB ਲਈ ਸੀ, ਵੀ 68% ਕੈਨੇਡੀਅਨ ਇੱਥੇ ਰੈਜ਼ੀਡੈਂਟਸ ਉਹ ਸੀਗੇ ਹਨਾ। ਸੋ ਉਦੋਂ ਜਾਣੀ ਕਿ ਵੀ ਆਪੋ ਤਾਪੀ ਵੀ ਜਾਣੀ ਇੰਨੀ ਪੈ ਗਈ ਸੀ ਵੀ ਗੱਫੇ ਮਿਲਦੇ ਆ ਤੇ ਕਰ ਲਓ ਅੰਦਰ ਜਿੰਨਾ ਕੁ ਮਤਲਬ ਕਈਆਂ ਦੇ ਨਾਲ ਇਕੱਠਾ ਕਰਨ ਵਾਲਾ ਜਿੱਦਾਂ ਸੀਗਾ ਵੀ ਹਨਾ, ਵੀ ਝਾੜੂ ਫੇਰ ਲਈਏ ਜਿੰਨਾ ਕੁ ਫੇਰ ਹੋ ਸਕਦਾ, 60,000 ਮਿਲਦਾ ਉਹ ਵੀ ਲੈ ਲਈਏ, 40,000 ਮਿਲਦਾ ਉਹ ਵੀ ਲੈ ਲਈਏ, ਕੰਪਨੀ ਜਿਹੜੀ ਮਰਜ਼ੀ ਬਣਾ ਲਈਏ। ਕਈ ਲੋਕ ਤਾਂ ਦੇਸ਼ ਹੀ ਛੱਡ ਕੇ ਲੈ ਕੇ ਪੈਸੇ ਇੰਨੇ ਹਨਾ ਜੀ। ਸੋ ਕਈ ਕੁਝ ਵਾਪਰਿਆ ਉਹਦੇ ਵਿੱਚ, ਬਟ ਕੁੱਲ ਮਿਲਾ ਕੇ ਜਾਣੀ ਕਿ ਜਿਹੜੇ ਲੋਕ ਇੱਥੇ ਰਹਿ ਰਹੇ ਉਹਨਾਂ ਨੂੰ ਇਹ ਰਿਐਲਿਟੀ ਹੁਣ ਫੇਸ ਕਰਨੀ ਪੈਣੀ ਆ ਜੀ। ਸੋ ਇਹ ਅੱਜ ਵੀ ਇਹ ਜੇ ਹੁਣ ਮਤਲਬ ਮੰਥਲੀ ਘੱਟੋ ਘੱਟ ਜਿਹੜਾ $300-400 ਦਾ ਮੌਰਗੇਜ ਦਾ ਲੋਕਾਂ ਦਾ ਫਰਕ ਪੈਣਾ ਇਸ ਇੰਟਰਸਟ ਰੇਟ ਦੇ ਨਾਲ। ਬਿਲਕੁਲ ਜੀ, ਇਹ ਸਿਗਨਲ ਇਹ ਹੋਰ ਆ ਰਹੇ ਆ ਵੀ ਇਹ 2 ਹਫ਼ਤਿਆਂ ਦੇ ਵਿੱਚ ਅਮਰੀਕਾ ਦੇ ਵਿੱਚ ਹੋਰ ਇੰਟਰਸਟ ਰੇਟ ਅਪ ਜਾਣਾ, ਤੇ ਫਿਰ ਕੈਨੇਡੀਅਨ ਤੇ ਬੈਂਕ ਆਫ ਕੈਨੇਡਾ ਜ਼ਰੂਰ ਉਹਨਾਂ ਨੂੰ ਫੋਲੋ ਕਰਨਗੇ। ਸੋ ਹਜੇ ਵੇਟ ਐਂਡ ਵਾਚ ਦੀ ਸਿਚੁਏਸ਼ਨ ਹੈ ਵੀ ਕਿੱਥੇ ਕੁ ਜਾ ਕੇ ਇਹ ਜਿਹੜੀ ਇਨਫਲੇਸ਼ਨ ਦੇ ਨਾਲ ਗਵਰਨਮੈਂਟ ਦੀ ਇਹ ਬੈਂਕਾਂ ਦੀ ਜੰਗ ਹੈ ਜਾ ਕੇ ਰੁਕਦੀ ਹੈ। ਜੌਲ ਸਾਹਿਬ ਸਟੈਚੂ ਜਿਹੜਾ ਮਹਾਤਮਾ ਗਾਂਧੀ ਜੀ ਦਾ ਵਿਸ਼ਨੂੰ ਟੈਂਪਲ ਰਿਚਮੰਡ ਹਿੱਲ ਦੇ ਵਿੱਚ ਕੋਈ ਛੇੜਛਾਣੀ ਕੀਤੀ ਗਈ, ਭਾਵ ਵੈਂਡਲਾਈਜ਼ ਕੀਤਾ ਗਿਆ, ਤੇ ਇਸ ਵੇਲੇ ਪੁਲਿਸ ਇਸ ਦੀ ਜਾਣਕਾਰੀ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ ਕਿ ਕੀ ਹੋਇਆ ਇਸ। ਇਹ ਬੜੀ ਅਰਸ ਕੱਲ ਦੁਪਹਿਰ ਵੇਲੇ ਜਾਣੀ ਕਿ ਪਤਾ ਲੱਗਾ ਸੀਗਾ ਵੀ ਵਿਸ਼ਨੂੰ ਟੈਂਪਲ ਹੈ ਜਿਹੜਾ ਰਿਚਮੰਡ ਹਿੱਲ ਦੇ ਵਿੱਚ, ਵੀ ਉੱਥੇ ਨਾ 1988 ਤੋਂ ਇਹ ਵੈਸੇ ਲੱਗਾ ਹੋਇਆ ਸਟੈਚੂ, ਤੇ ਉਦਘਾਟਨ ਜਾਣੀ ਇਹਦਾ 15 ਮਈ ਨੂੰ ਕੀਤਾ ਗਿਆ ਸੀਗਾ 1988 ਦੇ ਵਿੱਚ, ਤੇ ਉਦੋਂ ਤੋਂ ਜਾਣੀ ਇਹ ਉੱਥੇ ਠੀਕ ਠਾਕ ਲੱਗਾ ਹੋਇਆ ਸੀਗਾ ਬੁੱਤ ਮਹਾਤਮਾ ਗਾਂਧੀ ਦਾ ਜੀ। ਪਰ ਹੁਣ ਆਲ ਆਫ ਸਡਨ ਜਾਣੀ ਕਿ ਉਹਦੇ ਤੇ ਕਰੋ ਵੀ ਉਹ ਸਪਰੇ ਦੇ ਨਾਲ ਕੁਝ ਵਰਡਸ ਲਿਖ ਦਿੱਤੇ ਗਏ ਆ, ਉਹਦੇ ਵਿੱਚ ਖਾਲਿਸਤਾਨ ਵਰਡ ਵੀ ਲਿਖਿਆ ਗਿਆ ਜਿਹੜੇ ਕਿ ਇਨਸਲਟਿੰਗ ਆ ਹਨਾ।
ਖਾਸ ਤੌਰ ਤੇ ਵੀ ਰੇਪਿਸਟ ਵੀ ਲਿਖਿਆ ਗਿਆ ਵਰਡ ਉਹਦੇ ਉੱਤੇ। ਸੋ ਹਿਸਟਰੀ ਕੁਝ ਇਸ ਤਰ੍ਹਾਂ ਦੀ ਆ ਜੀ ਵੀ ਸੋਸ਼ਲ ਮੀਡੀਆ ਤੇ ਚਰਚਾ ਰਹਿੰਦੀ ਆ ਬਿਨਾਂ ਸ਼ੱਕ ਉਹਨਾਂ ਦੇ ਬਾਰੇ ਚ, ਪਰ ਕੁੱਲ ਮਿਲਾ ਕੇ ਜਾਣੀ ਵੀ ਇਸ ਤਰੀਕੇ ਦੇ ਨਾਲ ਇਸ ਲੈਵਲ ਤੇ ਜਾ ਕੇ ਐਕਸ਼ਨ ਕਰਨਾ ਤੇ ਇਹਨੂੰ ਫਿਰ ਪੁਲਿਸ ਜਿਹੜੀ ਆ ਜੀ ਵੀ ਹੇਟ ਕ੍ਰਾਈਮ ਦੇ ਤੌਰ ਤੇ ਹੁਣ ਇਨਵੈਸਟੀਗੇਟ ਕਰ ਰਹੇ ਆ। ਤੇ ਦੂਸਰੇ ਪਾਸੇ ਮੰਦਿਰ ਦੀ ਮੈਨੇਜਮੈਂਟ ਕਮੇਟੀ ਦੇ ਵੱਲੋਂ ਵੀ ਕਾਫੀ ਇੱਥੇ ਦੁੱਖ ਦਾ ਪ੍ਰਗਟਾਵਾ ਨੈਚੁਰਲੀ ਕੀਤਾ ਜਾਣਾ ਸੀਗਾ। ਇਹਦੇ ਨਾਲ ਹੀ ਜਾਣੀ ਕਿ ਇਹਦੀ ਗੂੰਜ ਜਿਹੜੀ ਆ ਭਾਰਤ ਸਰਕਾਰ ਤੱਕ ਇੰਡੀਆ ਦੇ ਵਿੱਚ ਵੀ ਪਈ ਆ, ਉੱਥੇ ਵੀ ਕਾਫੀ ਕ੍ਰਿਟਿਸਿਜ਼ਮ ਹੋ ਰਿਹਾ, ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਗਵਰਨਮੈਂਟ ਲੈਵਲ ਤੱਕ। ਤੇ ਇੱਥੇ ਵੀ ਟੋਰਾਂਟੋ ਦੇ ਵਿੱਚ ਵੀ ਜੋ ਇੰਡੀਅਨ ਕੌਂਸੂਲੇਟ ਹੈ ਤੇ ਓਟਾਵਾ 'ਚ ਭਾਰਤ ਦੇ ਦੂਤਾਵਾਸ ਹੈ ਉਹਨਾਂ ਦੇ ਵੱਲੋਂ ਵੀ ਇੱਥੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਤੇ ਕਹਿ ਰਹੇ ਆ ਵੀ ਅਸੀਂ ਲਗਾਤਾਰਤਾ ਦੇ ਨਾਲ ਸੰਪਰਕ ਜਿਹੜਾ ਕੈਨੇਡੀਅਨ ਅਥਾਰਟੀਜ਼ ਦੇ ਨਾਲ ਰੱਖ ਰਹੇ ਹਾਂ ਤਾਂ ਕਿ ਵੀ ਬਰੀਕੀ ਤੱਕ ਇਸ ਘਟਨਾ ਦੀ ਜਾਂਚ ਹੋ ਸਕੇ ਜੀ। Alright, City of Brampton ਨੇ ਕਾਫੀ ਵੱਡੇ ਐਲਾਨ ਕੀਤੇ ਨੇ ਜੀ, ਪਲਾਨ ਕਰ ਰਹੇ ਨੇ ਟੂ ਐਡ 8 ਨਿਊ ਸਪੀਡ ਇਨਫੋਰਸਮੈਂਟ ਕੈਮਰਾਜ਼ ਜਿਸ ਦੇ ਵਿੱਚ $2 ਮਿਲੀਅਨ ਟ੍ਰੈਫਿਕ ਸਿਗਨਲ ਇੰਪਰੂਵਮੈਂਟਸ ਉੱਤੇ ਇਹ ਪੈਸਾ ਖਰਚ ਕਰਨ ਜਾ ਰਹੇ ਨੇ ਜੀ। ਐਂਡ ਇਹ ਕੈਮਰਾਜ਼ ਤੁਹਾਨੂੰ ਪਤਾ ਹੈ ਕਿ ਇਹ ਉਹ ਕੈਮਰਾ ਨੇ ਜਿਹੜੇ ਰਿਡਿਊਸ ਕਰਦੇ ਨੇ ਸਪੀਡ ਨੂੰ, ਤੁਹਾਨੂੰ ਪਤਾ ਲੱਗਦਾ ਹੈ ਕਿੰਨੀ ਸਪੀਡ 'ਤੇ ਤੁਸੀਂ ਜਾ ਰਹੇ ਹੋ। ਐਂਡ ਤਕਰੀਬਨ 200 ਲੋਕੇਸ਼ਨਾਂ ਦੇ ਵਿੱਚ ਜੌਲ ਸਾਹਿਬ ਲਾ ਰਹੇ ਨੇ ਜੀ। ISR 'ਚ ਇਹਨਾਂ ਨੇ ਆਇਡੈਂਟੀਫਾਈ ਕੀਤੀਆਂ ਹੋਈਆਂ 200 ਇਸ ਤਰ੍ਹਾਂ ਦੀਆਂ ਪਲੇਸਿਸ ਜਿਹੜੀਆਂ ਕਿ ਕਮਿਊਨਿਟੀ ਸੇਫਟੀ ਜ਼ੋਨ ਆ। ਉੱਥੇ ਜਿਹੜਾ ਜੀ ਨਹੀਂ ਪ੍ਰਵਾਹ ਕੀਤੀ ਜਾਂਦੀ ਡਰਾਈਵਰਾਂ ਦੇ ਵੱਲੋਂ ਪਈ ਗੱਡੀ ਜਿਹੜੀ ਆ ਉਹ ਪੋਸਟਡ ਸਪੀਡ ਤੇ ਚਲਾਉਣੀ ਆ, ਸਲੋ ਚਲਾਉਣੀ ਆ। ਉਹਦੇ ਕਰਕੇ ਫਿਰ ਮਹਿਸੂਸ ਕੀਤਾ ਜਾਂਦਾ ਵੀ ਜਦੋਂ ਤੋਂ ਇਹ ਆਟੋਮੇਟਿਡ ਸਪੀਡ ਇਹ ਇਨਫੋਰਸਮੈਂਟ ਕੈਮਰਾਜ਼ ਲਾਏ ਆ ਸੜਕਾਂ ਤੇ, ਮਤਲਬ ਇਹ ਸ਼ਿਫਟ ਕੀਤੇ ਜਾਂਦੇ ਰਹਿੰਦੇ ਆ ਇੱਕ ਇਲਾਕੇ ਚੋਂ ਦੂਜੇ ਦੇ ਵਿੱਚ, ਕਿਉਂਕਿ ਜਿੰਨੀ ਜਗ੍ਹਾ ਤੇ ਲੋਕ ਇਹ ਗੱਡੀਆਂ ਤੇਜ਼ ਭਜਾਉਂਦੇ ਆ ਜਾਂ ਭਜਾਉਂਦੀਆਂ ਆ ਜੀ ਵੀ ਉਨੀ ਵੱਡੀ ਤਾਦਾਦ ਦੇ ਵਿੱਚ ਕੈਮਰੇ ਨਹੀਂ ਹੈਗੇ ਹੱਲੇ ਸਿਟੀ ਦੇ ਕੋਲ। ਪਰ ਇਹ 200 ਜਿਹੜੀਆਂ ਲੋਕੇਸ਼ਨਸ ਆ ਉੱਥੇ ਜਿਹੜੀ ਆ ਜੀ ਇਹ ਕੈਮਰੇ ਜਿੰਨੇ ਕੁ ਅਵੇਲੇਬਲ ਹੈਗੇ ਉਹ ਸ਼ਫਲ ਕੀਤੇ ਜਾਂਦੇ ਰਹਿੰਦੇ ਆ, ਜਿਹਦੇ ਕਰਕੇ ਵੀ ਕਾਫੀ ਕਾਮਯਾਬੀ ਵੀ ਮਿਲੀ ਆ। ਜਿੱਥੇ ਜਿੱਥੇ ਜਾਣੀ ਕੈਮਰਾ ਲੱਗਦਾ ਤੇ ਉੱਥੋਂ ਵੀ ਬੜਾ ਸੋਹਣਾ ਲੋਕ ਜਾਣੀ ਹੌਲੀ ਲੰਘਣਾ ਵੀ ਸ਼ੁਰੂ ਕਰ ਦਿੰਦੇ ਆ ਨਾ। ਉੱਥੋਂ ਜਾਣੀ ਕਿ ਲੱਗਦਾ ਵੀ ਸ਼ੌਂਕ ਜਿਹਾ ਹੀ ਆ ਗੱਡੀਆਂ ਭਜਾਉਣ ਦਾ, ਰੇਸ ਤੇ ਪੈਰ ਦਬੀ ਰੱਖਣ ਦਾ, ਤੇ ਜ਼ਰੂਰੀ ਨਹੀਂ ਹੈਗਾ ਵੀ ਜਾਣੀ ਤੇਜ਼ ਚਲਾਏ ਬਿਨਾਂ ਸਰੀ ਹੀ ਨਹੀਂ ਸਕਦਾ। ਪਰ ਕੁੱਲ ਮਿਲਾ ਕੇ ਜਾਣੀ ਕਿ ਵੀ ਇਹ ਆ ਜੀ ਵੀ ਹੁਣ 8 ਨਵੇਂ ਜਿਹੜੇ ਅਗਲੇ ਬਜਟ ਦੇ ਵਿੱਚ ਇਹਨਾਂ ਨੇ ਕੈਮਰੇ ਦਾ ਬਜਟ ਹੋਰ ਰੱਖਿਆ ਸਿਟੀ ਆਫ ਬਰੈਂਪਟਨ ਨੇ, ਤੇ ਇਹਦੇ ਨਾਲ ਹੀ $2 ਮਿਲੀਅਨ ਇਹਨਾਂ ਨੇ ਕਿਹਾ ਵੀ ਜਿਹੜਾ ਇਹ ਟ੍ਰੈਫਿਕ ਸਿਗਨਲ ਹੈਗੇ ਆ ਸਿਟੀ ਦੇ ਵਿੱਚ ਜਗ੍ਹਾ ਜਗ੍ਹਾ ਤੇ ਉਹਨਾਂ ਦੇ ਵਿੱਚ ਵੀ ਕੁਝ ਇੰਪਰੂਵਮੈਂਟਸ ਕਰਨ ਦੀ ਲੋੜ ਹੈ ਜੀ। ਉਹਦੇ ਵਾਸਤੇ ਪੈਸੇ ਜਿਹੜੇ ਉਹ ਖਰਚੇ ਜਾ ਰਹੇ ਆ। ਕੁੱਲ ਮਿਲਾ ਕੇ ਜਿਹੜੇ ਇਹ ਕੈਮਰੇ ਆ ਨਾ ਜੀ ਵੀ ਇਹ ਸਿਟੀ ਦੇ ਵਿੱਚ ਹੋਰ ਵਧਾਉਣ ਦੀ ਡਿਮਾਂਡ ਰੈਜ਼ੀਡੈਂਟਸ ਵੱਲੋਂ ਵੀ 311 ਤੇ ਫੋਨ ਕਰਕੇ ਦੱਸੀ ਜਾਂਦੀ ਆ। ਤੇ ਸ਼ੂਟਾਂ ਜਿਹੜੀਆਂ ਜੀ ਵੀ ਲੋਕਾਂ ਨੇ ਡਰਾਈਵਰਾਂ ਨੇ ਇਹ ਵੱਟਣੋਂ ਹਟਾਂ ਨਿਗਾਹ ਗਾਂ ਸਤੰਬਰ ਦੇ ਵਿੱਚ ਫਿਰ ਨਵਾਂ ਸਕੂਲ ਈਅਰ ਜਦੋਂ ਸ਼ੁਰੂ ਹੋ ਜਾਣਾ, ਬੱਚਿਆਂ ਨੇ ਪੇਰੈਂਟਸ ਨੇ ਜੀ ਫਿਰ ਜਾਣੀ ਕਿ ਰੋਡ ਤੇ ਜਾਣਾ ਹੁੰਦਾ ਤੇ ਉੱਥੇ ਸਕੂਲ ਜ਼ੋਨਸ ਦੇ ਵਿੱਚ ਖਾਸ ਤੌਰ ਤੇ ਕਮਿਊਨਿਟੀ ਸੇਫਟੀ ਜ਼ੋਨਸ ਦੇ ਵਿੱਚ ਜਦੋਂ ਇਹ ਸਪੀਡਿੰਗ ਗੱਡੀਆਂ ਕਰਦੀਆਂ ਤੇ ਬਹੁਤ ਸਾਰੇ ਇਨਸੀਡੈਂਟ ਜਿਹੜੇ ਆ ਜੀ ਵੀ ਬੱਚਿਆਂ ਦੇ ਨਾਲ ਤੇ ਪੇਰੈਂਟਸ ਨਾਲ ਗ੍ਰੈਂਡ ਪੇਰੈਂਟਸ ਨਾਲ ਵਾਪਰਨ ਦਾ ਖਤਰਾ ਰਹਿੰਦਾ ਜੀ। ਇਸ ਕਰਕੇ ਲੱਗ ਰਿਹਾ ਜੀ ਵੀ ਇਹ ਕੈਮਰੇ ਵਧਾਉਣਾ ਸਮਝਿਆ ਜਾ ਰਿਹਾ ਵੀ ਇਸ ਕਲੋ ਬੁਰਾਈ ਤੇ ਕਾਬੂ ਪਾਉਣ ਦੇ ਲਈ ਇਹ ਢੁਕਵਾਂ ਟੂਲ ਹੈ। ਜੌਲ ਸਾਹਿਬ ਸੁਣਨ ਚ ਮੇਅਰ ਦੇ ਕੈਂਡੀਡੇਟ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਆ ਰਹੇ ਨੇ ਜੀ, ਜਿਹੜੇ ਨਾਮ ਸਾਹਮਣੇ ਆ ਰਹੇ ਨੇ, ਕੁਝ ਨਾਮਵਰ ਲੋਕ ਸਾਹਮਣੇ ਆ ਰਹੇ ਨੇ, ਪਤਾ ਨਹੀਂ ਕਿੰਨੀ ਕੁ ਸੱਚਾਈ ਹੈ ਇਸ ਖਬਰ ਦੇ ਵਿੱਚ, ਉੜਦੀ ਸਾਨੂੰ ਖਬਰਾਂ ਆਈਆਂ ਨੇ ਜੀ। ਲੱਗ ਰਿਹਾ ਜੀ ਕਿ ਸਾਰੇ ਲੋਕ ਜਾਣੀ ਆਪੋ ਆਪਣਾ ਪਾਰਿਆ ਜਿਹੜੇ ਉਹ ਤੋਲ ਰਹੇ ਹਨਾ, ਆਪਣੀ ਜਿਹੜੀ ਟੀਮ ਇਕੱਠੀ ਕੀਤੀ ਜਾ ਰਹੀ ਆ, ਆਪਣਾ ਵੇਟੇਜ ਦੇਖਿਆ ਜਾ ਰਿਹਾ ਵੀ ਜੇ ਮੈਂ ਕੈਂਡੀਡੇਟ ਬਣੂ ਤਾਂ ਕੀ ਸਿਚੁਏਸ਼ਨ ਬਣੇਗੀ, ਕੀ ਇਕੁਏਸ਼ਨ ਹੋਣਗੀਆਂ। ਉਹਦੇ ਵਿੱਚ ਇਹ ਆ ਜੀ ਵੀ ਜ਼ਰੂਰੀ ਨਹੀਂ ਇਹ ਜਿਹੜੇ ਨਾਂ ਚਰਚਾ ਦੇ ਵਿੱਚ ਹੈਗੇ ਆ ਵੀ ਉਹ ਸਾਰੇ ਆ ਹੀ ਜਾਣ, ਜਿਸ ਕਰਕੇ ਵੀ ਜਿੰਨਾ ਚਿਰ ਨੋਮੀਨੇਸ਼ਨ ਨਹੀਂ ਨਾ ਕੈਂਡੀਡੇਟ ਫਾਈਲ ਕਰ ਦਿੰਦਾ ਉਹਦਾ ਚਿਰ ਕੁਛ ਵੀ ਸ਼ੋਰ ਨਹੀਂ ਹੁੰਦਾ ਹਨਾ। ਬਿਲਕੁਲ ਨੋਮੀਨੇਸ਼ਨ ਜਾ ਕੇ ਕੈਂਡੀਡੇਟ ਫਾਈਲ ਕਰੂਗਾ, ਉਹ ਨੋਮੀਨੇਸ਼ਨ ਜਿਹੜੀ ਅਪਰੂਵ ਹੋਊਗੀ ਮਤਲਬ ਅਫੀਸ਼ੀਅਲ ਕੈਂਡੀਡੇਟ ਵਿਅਕਤੀ ਬਣ ਜੂ, ਉਸ ਲਿਹਾਜ਼ ਨਾਲ ਇਹ ਆ ਜੀ ਫਿਰ ਦੇਖਿਆ ਜਾਊਗਾ। ਪਰ ਹਜੇ ਜਿਹੜਾ ਜੀ ਵੀ ਕਾਫੀ ਇਹ ਚਰਚਾ ਹੈਗੀ ਆ, ਪਰ ਅਸੀਂ ਜਿਹੜੀ ਜੀ ਵੀ ਫੋਨ ਕਾਲਸ ਕਾਫੀ ਕੀਤੀਆਂ ਉਹਦੇ ਨਾਲ ਸਾਨੂੰ ਪਤਾ ਲੱਗ ਰਿਹਾ ਵੀ ਕੁਝ ਇੱਕ ਇਹਦੇ ਵਿੱਚ ਹੋ ਸਕਦਾ ਵੀ ਗੱਲ ਉਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਕਿ ਉਦਾਂ ਸ਼ਾਇਦ ਨਾ ਹੋਵੇ। ਇਹ ਥੋੜੇ ਦਿਨਾਂ ਚ ਸਪਸ਼ਟ ਹੋ ਜਾਣਾ ਸਾਰਾ ਕੁਝ, ਕੋਈ ਬਹੁਤੀ ਉਤਸੁਕਤਾ ਨਹੀਂ ਰੱਖਣ ਦੀ ਲੋੜ ਭੈਣ ਭਰਾਵਾਂ ਨੂੰ ਦੇਖਦਾ ਹਨਾ। ਤੇ ਇਹ ਜਿਹੜੀਆਂ ਸਪੈਕੂਲੇਸ਼ਨ ਆਪਾਂ ਉਹਦੇ ਵਿੱਚ ਨਹੀਂ ਭਰੋਸਾ ਕਰਨਾ। ਸੋ ਜਿੰਨੀਆਂ ਕਿ ਅਸੀਂ ਫੋਨ ਕਾਲਸ ਕੀਤੀਆਂ ਵੀ ਜਿੰਨੇ ਨਾਂ ਇਹ ਚਰਚਾ ਦੇ ਵਿੱਚ ਆ ਰਹੇ ਆ, ਜ਼ਰੂਰੀ ਨਹੀਂ ਕਿ ਉਹ ਮੇਅਰ ਦੇ ਕੈਂਡੀਡੇਟ ਹੋਣਗੇ ਵੀ। ਐਂਡ ਤੁਹਾਨੂੰ ਐਜ਼ ਸਾਰਿਆਂ ਨੂੰ ਪਤਾ ਹੀ ਹੈ ਕਿ ਜੌਲ ਸਾਹਿਬ ਐਜ਼ ਅ ਸਕੂਲ ਟਰਸਟੀ ਵਾਰਡ 9 ਤੇ 10 ਐਜ਼ ਅ ਕੈਂਡੀਡੇਟ ਤੁਹਾਡੇ ਨਾਲ ਹਾਜ਼ਰ ਨੇ ਜੀ। ਐਂਡ ਤੁਸੀਂ ਵੀ ਜੌਲ ਸਾਹਿਬ ਕਿੱਦਾਂ ਤਿਆਰੀਆਂ ਜਾ ਰਹੀਆਂ ਨੇ ਜੀ? ਤਿਆਰੀਆਂ ਪੂਰੀਆਂ ਸਬਬ ਨਾਲ ਠੀਕ ਜਾ ਰਹੀਆਂ ਜੀ, ਭੈਣ ਭਰਾਵਾਂ ਦਾ ਧੰਨਵਾਦ ਹੈ। ਤੇ ਸਪਰਿੰਗਡੇਲ ਤੇ ਇਹ ਨਾ ਕੈਸਲਮੋਰ ਦਾ ਏਰੀਆ ਜੀ L6R ਸਾਰਾ ਹੀ ਵਾਰਡ 9 ਹੈ ਤੇ L6P ਦਾ ਵੱਡਾ ਹਿੱਸਾ ਜਿਹੜਾ ਜੀ ਉਹ ਵਾਰਡ 10 ਦੇ ਵਿੱਚ ਹੀ ਹੈ। ਤੇ ਅਸੀਂ ਇਹ ਹੈ ਜੀ ਵੀ ਮੀਟਿੰਗਸ ਦਾ ਦੌਰ ਜਾਰੀ ਹੈ, ਕਾਫੀ ਵੱਡੀ ਤਾਦਾਦ ਦੇ ਵਿੱਚ ਕਰ ਚੁੱਕੇ ਹਾਂ
ਤੇ ਔਨ ਗੋਇੰਗ ਜੀ ਕੋਸ਼ਿਸ਼ ਹੋਣੀ ਆ ਆਪਣੀ ਕਿ ਗਾਂ ਸਤੰਬਰ ਅਕਤੂਬਰ ਦੇ ਵਿੱਚ ਮਿਲਿਆ ਜਾਵੇ, ਘਰੋਂ ਘਰੀ ਜਾ ਕੇ ਵੀ ਭੈਣ ਭਰਾਵਾਂ ਨੂੰ, ਪਰ ਮਿਲਿਆ ਤੇ ਜਾਣਾ ਨਹੀਂ ਨਾ, ਕਿਉਂਕਿ ਇਲਾਕਾ ਹੀ ਇੰਨਾ ਵੱਡਾ। ਬਿਲਕੁਲ ਜੇ ਅਰਸ਼ ਇਸ ਪ੍ਰੋਗਰਾਮ ਦੇ ਮਾਧਿਅਮ ਦੇ ਨਾਲ ਜਿੰਨੇ ਵੀ ਭੈਣ ਭਰਾ ਜੁੜਦੇ ਆ, ਇਹ ਸਾਡੇ ਇਸ ਤਰ੍ਹਾਂ ਦੇ ਸੰਦੇਸ਼ਾਂ ਨੂੰ ਵੀ ਆਉਣਾ ਜਾਣ ਕੇ ਤੇ ਜ਼ਰੂਰ ਜੀ ਪੇ 7, 8, 9, 14, 15 ਅਕਤੂਬਰ ਨੂੰ ਐਡਵਾਂਸ ਪੋਲ ਹੈ। 24 ਅਕਤੂਬਰ ਜਿਹੜਾ ਜੀ ਫੇ ਇਲੈਕਸ਼ਨ ਡੇ ਹੋਏਗਾ, ਉਸ ਦਿਨ ਜਿੰਨੀ ਸਹਾਇਤਾ ਕੀਤੀ ਜਾਵੇ ਭੈਣ ਭਰਾਵਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਾਂਗੇ ਜੀ। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਥੈਂਕ ਯੂ ਸੋ ਮਚ ਜੌਲ ਸਾਹਿਬ।